ਕਿਸੇ ਇੱਕ ਭਗਤ ਦੇ ਫਾਲੋਅਰ ਨੇ ਕਿਸੇ ਦੂਜੇ ਭਗਤ ਦੀ ਬਾਣੀ ਨੂੰ ਆਪਣੀ ਪੋਥੀ 'ਚ ਇਕੱਠਿਆਂ ਦਰਜ ਨਹੀਂ ਕੀਤਾ। ਕਬੀਰ ਸਾਹਿਬ ਦੇ ਭਗਤਾਂ ਨੇ ਭਗਤ ਰਵਿਦਾਸ ਦੀ ਬਾਣੀ ਆਪਣੀ ਪੋਥੀ 'ਚ ਨਹੀਂ ਲਿਖੀ। ਨਾਮਦੇਵ ਸਾਹਿਬ ਦੇ ਉਪਾਸ਼ਕਾਂ ਨੇ ਕਬੀਰ ਜੀ ਦੀ ਬਾਣੀ ਆਪਣੀ ਭਗਤ ਨਾਮਦੇਵ ਸਾਹਿਬ ਦੀ ਬਾਣੀ ਦੀ ਪੋਥੀ 'ਚ ਦਰਜ ਨਹੀਂ ਕੀਤੀ। ਠੀਕ ਹੈ ਨਾ ਜੀ। ਪੰਥ ਚੱਲ ਪਏ, ਕਬੀਰ ਜੀ ਦੇ ਫਾਲੋਅਰ ਹੋ ਗਏ, ਬਾਬਾ ਰਵਿਦਾਸ ਮਹਾਰਾਜ ਦੇ ਫਾਲੋਅਰ ਹੋ ਗਏ, ਵੱਖਰੇ ਵੱਖਰੇ। ਉਹਨਾਂ ਇੱਕ ਦੂਜੇ ਦੀ ਬਾਣੀ ਨੂੰ ਵੀ, ਦੂਜੇ ਭਗਤਾਂ ਦੀ ਬਾਣੀ ਨੂੰ ਵੀ ਉਹਨਾਂ ਭਗਤਾਂ ਦੀ ਬਾਣੀ ਨਾਲ ਰਿਲੇਟ ਨਹੀਂ ਕੀਤਾ, ਇੱਕ ਪੋਥੀ 'ਚ ਦਰਜ ਨਹੀਂ ਕੀਤਾ। ਗੁਰੂ ਸਾਹਿਬ ਜਾਣਦੇ ਸਨ ਵੀ ਅਸੀਂ ਕੀ ਕਰਨ ਜਾ ਰਹੇ ਹਾਂ। ਕਮਾਲ ਦੀ ਗੱਲ ਆ, ਸਾਰੇ ਇੱਕੇ ਹੀ ਧਿਰ ਦੇ ਪੀੜਤ ਨੇ ਪਰ ਇਕੱਠੇ ਨਹੀਂ ਹੋ ਪਾਏ। ਕੋਈ ਇਹੋ ਜਿਹੀ ਪੋਥੀ ਨਹੀਂ ਜਿਹਦੇ ਵਿੱਚ ਉਹਨਾਂ ਭਗਤਾਂ ਦੀ ਬਾਣੀ ਇੱਕ ਦੂਜੇ ਨਾਲ ਰਿਲੇਟ ਹੋਵੇ। ਹਾਂ, ਕਿਸੇ ਵੱਖਰੇ ਕਿਸੇ ਕਵੀ ਨੇ ਜਾਂ ਕਿਸੇ ਲਿਖਾਰੀ ਨੇ ਇਸ ਤਰ੍ਹਾਂ ਪਦੇ ਲੇਖ ਲਿਆਉਣ ਤੋਂ ਗੱਲ ਵੱਖਰੀ ਆ। ਗੁਰੂ ਨਾਨਕ ਸਾਹਿਬ ਨੇ ਪਹਿਲ ਕੀਤੀ, ਆਪਣੀ ਬਾਣੀ ਦੀ ਪੋਥੀ ਵਿੱਚ ਉਹਨਾਂ ਸਾਰੇ ਭਗਤਾਂ ਦੀ ਬਾਣੀ ਦਰਜ ਕਰਦੇ ਗਏ। ਫਿਰ ਗੁਰੂ ਅੰਗਦ ਸਾਹਿਬ ਦਾ ਜ਼ਮਾਨਾ ਆਇਆ, ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਮੈਂ ਹੈਰਾਨ ਹੁੰਨਾ, ਅਸੀਂ ਕੀ ਸੁਣਾਉਂਦੇ ਹਾਂ? ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, 5 ਪੈਸੇ ਨਾਰੀਅਲ ਭੇਟ ਕਰਕੇ। ਇਹ ਨਾਰੀਅਲ ਤਾਂ ਸ਼੍ਰੀ ਗਣੇਸ਼ ਕਰਨਾ ਸੀ ਨਵੀਂ ਗੱਲ ਦਾ, ਤਾਂ ਅਸੀਂ ਖੁਸ਼ ਹੋਏ, ਜਕਾਰਾ ਵੀ ਛੱਡਿਆ ਵੀ ਚਲੋ ਆ ਵਧੀਆ ਹੋਇਆ, ਗੁਰਤਾ ਗੱਦੀ ਮਿਲ ਗਈ ਦੂਜੇ ਪਾਤਸ਼ਾਹ ਨੂੰ। ਪਰ ਸਾਡਾ ਸ਼੍ਰੀ ਗਣੇਸ਼ ਨਾਲ ਹੀ ਹੋ ਗਿਆ, ਨਾਰੀਅਲ ਤੋਂ ਬਿਨਾਂ ਨਹੀਂ ਸੀ ਨਾ ਮਿਲ ਸਕਦੀ। ਇਹ ਵੀ ਹਿਸਟੋਰੀਕਲ ਹਵਾਲਾ ਸੀ ਜਨਮ ਸਾਖੀਆਂ ਦਾ। ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ, ਤੇ ਪੁਰਾਣੇ ਗ੍ਰੰਥਾਂ ਦੀ ਦੁਹਾਈ ਦੇਣ ਵਾਲੇ ਹਵਾਲਾ ਹੀ ਛੱਡ ਗਏ, ਕਿਉਂਕਿ ਇੱਥੇ ਉਹ ਪਰਪਸ ਪੂਰਾ ਨਹੀਂ ਸੀ ਹੁੰਦਾ ਜਿਹੜਾ ਸ਼੍ਰੀ ਗਣੇਸ਼ ਕਰਕੇ ਹੁੰਦਾ ਸੀ। ਠੀਕ ਹੈ ਜੀ, ਉਹ ਇਵੇਂ ਪੂਰਾ ਹੋ ਗਿਆ ਤੇ ਪੋਥੀ ਜਿਹੜੀ ਸੀ ਉਹ ਕਿਨਾਰੇ ਹੋ ਗਈ, ਕਿਉਂਕਿ ਅਸੀਂ ਉਸ ਕਹਾਣੀ ਨੂੰ ਸੁਣਨਾ ਸੀ ਜਾਂ ਉਸ ਕਹਾਣੀ ਤੇ ਯਕੀਨ ਕਰਨਾ ਸੀ ਜਿਹੜੀ ਕਹਾਣੀ ਇਹ ਕਹਿੰਦੀ ਸੀ। ਗੁਰੂ ਅਰਜਨ ਸਾਹਿਬ ਤਾਂ ਗਏ, ਉਹਨਾਂ ਨੇ ਪੁੱਛਿਆ ਵੀ ਗੱਲ ਇੱਥੋਂ ਤੁਰੀ ਵੀ ਰਬਾਬੀ ਇੱਕ ਦਿਨ ਕੁਝ ਸ਼ਬਦ ਇਹੋ ਜਿਹੇ ਗਾ ਰਹੇ ਸਨ ਜਿਹੜੇ ਕਿਤੇ ਬਾਹਰ ਦੇ ਸਨ। ਸੰਗਤ ਨੇ ਇਤਰਾਜ਼ ਕੀਤਾ, ਮਹਾਰਾਜ ਵੀ ਪਤਾ ਨਹੀਂ ਇਹ ਕਿੱਥੋਂ ਸ਼ਬਦ ਗਾਉਂਦੇ ਨੇ। ਤਾਂ ਗੁਰੂ ਸਾਹਿਬ ਕੋਲ ਜਦੋਂ ਗੱਲ ਪਹੁੰਚੀ ਤੇ ਉਹਨਾਂ ਆਖਿਆ ਵੀ ਗੁਰੂ ਸਾਹਿਬ ਦੀ ਬਾਣੀ ਨੂੰ ਆਪਾਂ ਸੱਚੀ ਬਾਣੀ ਨੂੰ ਤੇ ਕੱਚੀ ਬਾਣੀ ਦਾ ਨਿਖੇੜਾ ਕਰਨਾ ਚਾਹੀਦਾ। ਜਦ ਇਹ ਤੋਂ ਪਹਿਲਾਂ ਕੋਈ ਚਾਰਾ ਜੋਈ ਨਹੀਂ ਸੀ, ਜੋ ਮਰਜ਼ੀ ਕੋਈ ਕਰੀ ਜਾਂਦਾ ਸੀ ਸਾਡੇ ਕਹਿਣ ਮੁਤਾਬਕ। ਤਾਂ ਗੁਰੂ ਸਾਹਿਬ ਨੇ ਆਖਿਆ ਵੀ ਬਾਣੀ ਇਕੱਠੀ ਕਰੀਏ। ਤਾਂ ਬਾਣੀ ਇਕੱਠੀ ਕਰਨ ਵਾਸਤੇ ਕੀ ਕਰਨਾ ਪਿਆ? ਪੋਥੀਆਂ ਤੇ ਬਾਬਾ ਮੋਹਨ ਜੀ ਕੋਲ ਸਨ, ਗੁਰੂ ਅਮਰਦਾਸ ਮਹਾਰਾਜ ਦੇ। ਮੈਨੂੰ ਹੈਰਾਨੀ ਹੁੰਦੀ ਹੈ ਜਦੋਂ ਅਸੀਂ ਇਹ ਸਾਖੀ ਸੁਣਾਉਂਦੇ ਹਾਂ ਤਾਂ ਭਾਈ ਗੁਰਦਾਸ ਨੂੰ ਨਹੀਂ ਪੜ੍ਹਦੇ, ਮੋਹਨ ਕਮਲਾ ਹੋਇਆ। ਜਾਂ ਤਾਂ ਭਾਈ ਗੁਰਦਾਸ ਜੀ ਨੂੰ ਪੁੱਛੋ ਵੀ ਮਹਾਰਾਜ ਤੁਸੀਂ ਇੱਕ ਪਾਸੇ ਤੇ ਤੁਸੀਂ ਆਪੇ ਹੀ ਗੁਰੂ ਅਰਜਨ ਸਾਹਿਬ ਨੂੰ ਤੁਸੀਂ ਉਹਨਾਂ ਦੇ ਮਾਮੇ ਲੱਗਦੇ ਸੀ ਰਿਸ਼ਤੇ 'ਚ, ਏਡੀ ਮਹਾਨ ਸ਼ਖਸੀਅਤ, ਸਿੱਖਾਂ ਦੇ ਸਾਹਿਤ ਸਿੱਖੀ ਪ੍ਰਚਾਰ ਦੇ ਤੇ ਗੁਰੂ ਦਰਬਾਰ ਦੇ ਰਤਨ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਨੂੰ ਪੁੱਛਿਆ ਮਹਾਰਾਜ ਨੇ ਕੀ ਕੀਤਾ ਜਾਏ? ਉਹਨਾਂ ਆਖਿਆ ਜੀ ਪੋਥੀਆਂ ਤਾਂ ਮੋਹਨ ਜੀ ਕੋਲ ਨੇ, ਲਿਆਉਣੀਆਂ ਪੈਣਗੀਆਂ ਆਪਾਂ ਨੂੰ। ਗਏ, ਭਾਈ ਗੁਰਦਾਸ ਜੀ ਕਿਹਾ ਉਹਨਾਂ ਨਹੀਂ ਦਿੱਤੀਆਂ, ਬੂਹਾ ਹੀ ਨਹੀਂ ਖੋਲਿਆ। ਅਖੀਰ ਗੁਰੂ ਅਰਜਨ ਸਾਹਿਬ ਮਹਾਰਾਜ ਗਏ, ਪਰ ਫਿਰ ਵੀ ਬਾਬਾ ਮੋਹਨ ਜੀ ਦੇ ਚੁਬਾਰੇ ਦੇ ਬੂਹੇ ਬਾਰੀਆਂ ਬੰਦ ਸਨ ਤੇ ਥੱਲੇ ਬਹਿ ਗਏ ਤੇ ਪਦੇ ਗਾਏ, ਮੋਹਨ ਤੇਰੇ ਉੱਚੇ ਮੰਦਰ ਮੈਂ ਲਿਆ ਪਾਰਾ। ਜਿਸ ਗੁਰੂ ਅਰਜਨ ਸਾਹਿਬ ਨੇ ਇੱਕ ਹਰਫ ਕਾਜ਼ੀਆਂ ਦੇ ਕਹਿਣ ਦੇ ਉੱਤੇ ਆਪਣੀ ਬਾਣੀ 'ਚ ਦਰਜ ਨਾ ਕੀਤਾ, ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਵਿੱਚ ਉਹਨਾਂ ਨੇ ਮੋਹਨ ਦੀ ਇਸ ਕਰਕੇ ਉਸਤਤੀ ਕੀਤੀ ਉਹਦੇ ਕੋਲੋਂ ਪੋਥੀਆਂ ਮਿਲ ਜਾਣ। ਕਿਵੇਂ ਹੋ ਸਕਦਾ ਸੀ ਇਹ? ਅਸੀਂ ਗੁਰੂ ਸਾਹਿਬ ਨੂੰ ਦੀ ਬਾਣੀ ਨੂੰ, ਲੋਕ ਜਾਣੇ ਗੀਤ ਹੈ ਤੋਂ ਬ੍ਰਹਮ ਵਿਚਾਰ, ਜਿਹੜੀ ਬਾਣੀ ਲੈ ਸਿੱਖ ਦੇ ਅੰਦਰੋਂ ਸ਼ਖਸੀ ਪੂਜਾ ਦਾ ਕੀੜਾ ਕੱਢਣਾ ਸੀ, ਅਸੀਂ ਤਾਂ ਉਸ ਬਾਣੀ ਨੂੰ ਹੀ ਜੋੜ ਲਿਆ ਇਸ ਗੱਲ ਨਾਲ ਵੀ ਉਹ ਪੋਥੀਆਂ ਲੈਣ ਲਈ ਖੁਸ਼ਾਮਦ। ਪੋਥੀਆਂ ਨਹੀਂ ਸਨ, ਗੁਰੂ ਕੋਲ ਪੋਥੀਆਂ ਨਹੀਂ, ਬਾਬਾ ਮੋਹਨ ਕੋਲ ਨੇ। ਅਥਾਰਟੀ ਕੋਲ ਚੀਜ਼ ਨਹੀਂ ਹੈ, ਜਿਹੜਾ ਅਥਾਰਟੀ ਨਹੀਂ ਉਹਦੇ ਕੋਲ ਸਾਰਾ ਕੁਝ ਪਿਆ ਹੋਇਆ। ਜਾਨੀ ਅਸੀਂ ਇਹ ਸੁਲਝਣ ਵਿੱਚ ਕੀ ਸਾਬਤ ਕੀ ਕਰ ਰਹੇ ਹਾਂ? ਇਸ ਕਰਕੇ ਅਸੀਂ 5 ਪੈਸੇ ਨਾਰੀਅਲ ਵਾਲੀ ਕਹਾਣੀ ਪਹਿਲਾਂ ਹੀ ਮੰਨ ਲਈ ਸੀ। ਇਸ ਕਰਕੇ ਸਾਨੂੰ
ਇੱਕ ਅਸੀਂ ਕਲੀਅਰ ਨਹੀਂ ਸਾ ਕਰ ਸਕਦੇ ਵੀ ਗੁਰੂ ਸਾਹਿਬ ਕੋਲ ਬਾਣੀ ਸੀ ਕਿ ਨਹੀਂ ਸੀ। ਤੋ ਬੜਾ ਕੁਝ ਆ, ਜੇ ਮੈਂ ਇਸ ਤੰਦ ਨੂੰ ਛੇੜਾਂ ਤਾਂ ਸਾਡੀਆਂ ਜੋ ਕੁਝ ਗ੍ਰੰਥਾਂ ਨੇ, ਜੋ ਕਹਾਣੀਆਂ ਲਿਖੀਆਂ ਨੇ, ਇਹ ਸਾਰਾ ਕੁਝ ਉੱਧੜ ਕੇ ਸਾਹਮਣੇ ਆ ਜਾਏਗਾ ਵੀ ਕਿਵੇਂ ਰਾਗ ਆਏ ਤੇ ਰਾਗਾਂ ਨੇ, ਭਗਤ ਆਏ, ਤੰਬੂ ਦੇ ਬਾਹਰ ਆ ਕੇ ਲਾਈਨ ਲਾ ਕੇ ਖਲੋ ਜਾਂਦੇ ਰਹੇ। ਭਗਤ ਉਹ ਜਿਹੜੇ ਪਹਿਲਾਂ ਹੋ ਚੁੱਕੇ ਗੁਰੂ ਸਾਹਿਬ ਤੋਂ, ਉਹਨਾਂ ਦੀਆਂ ਰੂਹਾਂ ਆਕਾਸ਼ ਚੋਂ ਆ ਕੇ ਤੇ ਬਾਣੀ ਲਿਖਾਉਂਦੀਆਂ ਰਹੀਆਂ। ਇਹ ਸਾਰਾ ਕੁਝ ਜਾਨੀ ਉਹ ਚੱਲਦਾ ਰਿਹਾ। ਖੈਰ, ਉਹ ਸਾਰੀ ਗਾਥਾ ਜਿਹੜੀ ਸੀ ਅੱਗੇ ਤੁਰਦੀ ਗਈ। ਸੱਚ ਇਹ ਸੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਬਾਣੀ ਦਾ ਸੰਗ੍ਰਹਿ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ, ਤੇ ਪੀੜ੍ਹੀ ਦਰ ਪੀੜ੍ਹੀ ਉਹ ਬਾਣੀ ਦੇ ਕੇ ਹੀ ਉਹਨਾਂ ਦੀ ਅਥੈਂਟਿਸਿਟੀ ਦਾ ਗੁਰੂ ਸਾਹਿਬ ਖੁਦ ਐਲਾਨ ਕਰਦੇ ਰਹੇ। ਇਹਨੂੰ ਗੁਰਤਾ ਗੱਦੀ ਦਾ ਜਿਹੜਾ ਮੂਲ ਜਿਹੜੀ ਇਹ ਚੀਜ਼ ਸੀ, ਅਸਲ 'ਚ ਇਹ ਸੀ। ਪ੍ਰੋਫੈਸਰ ਸਾਹਿਬ ਸਿੰਘ ਨੇ, ਹੋਰ ਬਹੁਤ ਸਾਰੇ ਵਿਦਵਾਨਾਂ ਨੇ ਪੂਰੇ ਸ਼ਬਦਾਂ ਦੇ ਵੇਰਵੇ ਦੇ ਕੇ ਲਿਖਿਆ। ਵੇਖੋ, ਬਾਣੀ ਦੀ ਸ਼ਬਦਾਵਲੀ ਦੇ ਆਪਸ ਵਿੱਚ ਮਿਲਾਨ ਇਤਫਾਕਨ ਨਹੀਂ ਹਨ। ਉਹ ਸ਼ਬਦ ਦੂਜੇ ਪਾਤਸ਼ਾਹ ਦੇ ਸਾਹਮਣੇ ਪਿਆ, ਤੀਜੇ ਪਾਤਸ਼ਾਹ ਦੇ ਸਾਹਮਣੇ ਪਿਆ, ਔਰ ਉਹਨਾਂ ਨੇ ਉਸ ਸ਼ਬਦਾਵਲੀ ਨੂੰ ਇਵੇਂ ਆਬਜ਼ਰਵ ਕਰ ਲਿਆ, ਇਵੇਂ ਆਪਣੇ ਅੰਦਰ ਵਸਾ ਲਿਆ ਵੀ ਉਹਨਾਂ ਦੀ ਬੋਲੀ ਚੋਂ ਝਲਕ ਕੇ ਬਾਹਰ ਨਿਕਲਦੀ ਹੈ। ਇਹ ਸਾਰਾ ਕੁਝ ਗੁਰੂ ਸਾਹਿਬ ਜੀ ਨੇ, ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਸਾਰਾ ਹੀ ਬਾਣੀ ਦਾ ਸੰਗ੍ਰਹਿ ਮੌਜੂਦ ਸੀ, ਉਹਨਾਂ ਨੂੰ ਕਿਸੇ ਕੋਲੋਂ ਨਾ ਪੋਥੀ ਲੈਣ ਜਾਣ ਦੀ ਜ਼ਰੂਰਤ ਸੀ। ਇਹ ਤਾਂ ਹੁਣ ਜਦੋਂ ਖਾਨਦਾਨਾਂ ਦੀ ਪੂਜਾ ਕਰਵਾਉਣੀ ਹੋਵੇ ਤੇ ਗੱਲਾਂ ਜ਼ਰੂਰੀ ਹੁੰਦੀਆਂ ਨੇ ਵੀ ਸਾਡੇ ਕੋਲ ਆ ਪੁਰਾਣਾ, ਸਾਡੇ ਕੋਲ ਆ ਪੁਰਾਣਾ, ਸਾਡੇ ਕੋਲ ਆ ਪੁਰਾਣਾ, ਤੇ ਅਸੀਂ ਉਹਨਾਂ ਚੀਜ਼ਾਂ ਲਈ ਫਿਰ ਉਹਨਾਂ ਤੇ ਡਿਪੈਂਡ ਹੋ ਜਾਂਦੇ ਵੀ ਅੰਸ ਬੰਸ ਦੀ ਪੂਜਾ ਦਾ ਸਿੱਖੀ ਵਿੱਚ ਕੀ ਮਹੱਤਵ ਆ? ਕੋਈ ਨਹੀਂ। ਗੁਰੂ ਸਾਹਿਬ ਨੇ ਸਭਨਾਂ ਨੂੰ ਸਿੱਖੀ ਦੀ ਦਾਤ ਇੱਕੋ ਜਿਹੀ ਦਿੱਤੀ। ਉਹਨਾਂ ਕਿਸੇ ਕੁਲ ਨੂੰ, ਕਿਸੇ ਖਾਨਦਾਨ ਨੂੰ ਸਿੱਖੀ ਸਿਧਾਂਤ ਤੇ ਹਾਵੀ ਨਹੀਂ ਹੋਣ ਦਿੱਤਾ। ਜੇ ਕੁਲ ਤੇ ਖਾਨਦਾਨ ਮਾਇਨੇ ਰੱਖਦੇ ਹੁੰਦੇ ਤੇ ਬਾਹਰੋਂ ਆਏ ਹੋਏ ਭਾਈ ਲੈਣੇ ਨੂੰ ਗੁਰਤਾ ਗੱਦੀ ਦੇਣ ਦੀ ਕੀ ਜ਼ਰੂਰਤ ਸੀ? ਬਾਹਰੋਂ ਆਏ ਹੋਏ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦੇਣ ਦੀ ਕੀ ਲੋੜ ਸੀ? ਦੋਵੇਂ ਕੰਮ ਸਰ ਸਕਦੇ ਸਨ। ਕੁਲ ਤੇ ਖਾਨਦਾਨ ਵੀ ਐਸਟੈਬਲਿਸ਼ ਹੋ ਜਾਂਦੇ ਤੇ ਗੁਰਤਾ ਗੱਦੀ ਦੀ ਰਸਮ ਵੀ ਚੱਲਦੀ ਰਹਿੰਦੀ, ਜੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪੁੱਤਰਾਂ ਨੂੰ ਚੁਣ ਲੈਂਦੇ। ਪਰ ਭਾਈ ਸੱਤਾ ਬਲਵੰਡ ਜੀ ਦੀ ਜ਼ਬਾਨੀ ਪੜ੍ਹੋ, ਉਲਟੀ ਗੰਗ ਵਹਾਈ ਉਹਨ, ਉਲਟੀ ਗੰਗਾ ਵਹਾ ਦਿੱਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਖੈਰ, ਇਹ ਸੰਪਾਦਨਾ ਦਾ ਇੱਕ ਛੋਟਾ ਜਿਹਾ ਜਿਹੜਾ ਪਹਿਲੂ ਆ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਵੀ ਇਹ ਕੋਈ ਨਿੱਕੀ ਘਟਨਾ ਨਹੀਂ, ਬੜੀ ਵੱਡੀ ਘਟਨਾ। ਔਰ ਗੁਰੂ ਸਾਹਿਬ ਨੇ ਇਸ ਬਾਣੀ ਨੂੰ, ਜਿਹੜਾ ਕੰਮ ਈਵਨ ਭਗਤ ਸਾਹਿਬਾਨਾਂ ਦੇ ਨਾਮ ਤੇ ਬਣੀਆਂ ਹੋਈਆਂ ਜਥੇਬੰਦੀਆਂ ਵੀ ਨਹੀਂ ਸੀ ਕਰ ਸਕੀਆਂ, ਗੁਰੂ ਨਾਨਕ ਸਾਹਿਬ ਨੇ ਕੀਤਾ। ਤੇ ਜ਼ਰਾ ਇੱਕ ਪੁਆਇੰਟ ਹੋਰ ਸੋਚਿਓ, ਜੇ ਗੁਰੂ ਸਾਹਿਬ ਉਹ ਬਾਣੀ ਕਤਰ ਨਾ ਕਰਦੇ ਭਲਾ ਗੁਰੂ ਨਾਨਕ ਸਾਹਿਬ, ਸਿਚੁਏਸ਼ਨ ਕੀ ਹੁੰਦੀ? ਭਗਤ ਸਾਹਿਬਾਨਾਂ ਦੀ ਬਾਣੀ ਦੀ ਸਿਚੁਏਸ਼ਨ ਕੀ ਹੁੰਦੀ? ਉਹ ਸਾਡੇ ਕੋਲ ਕਿਸ ਤਰ੍ਹਾਂ ਹੁੰਦੀ? ਉਹਦਾ ਹਸ਼ਰ ਕੀ ਹੁੰਦਾ? ਕੀ ਇਹਨਾਂ ਭਗਤਾਂ ਤੋਂ ਪਹਿਲਾਂ ਕੋਈ ਮਹਾਂਪੁਰਖ ਭਾਰਤ ਵਿੱਚ ਪੈਦਾ ਨਹੀਂ ਹੋਏ? ਪਰ ਉਹਨਾਂ ਨੂੰ ਇਸ ਤਰ੍ਹਾਂ ਦਾ ਬਣਾ। ਮੈਂ ਕਈ ਵਾਰ ਹੈਰਾਨ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸੁਦਾਮੇ ਨੂੰ ਭਗਤ ਲਿਖਿਆ, ਬੜੀ ਉਪਮਾ ਕੀਤੀ ਗਈ, ਸੁਦਾਮੇ ਦੀ ਐਗਜ਼ੈਂਪਲ ਦਿੱਤੀ, ਪ੍ਰਹਲਾਦ ਦੀ ਐਗਜ਼ੈਂਪਲ ਦਿੱਤੀ ਗਈ। ਪਰ ਅੱਜ ਪ੍ਰਹਲਾਦ ਦਾ ਰੂਪ ਤੁਹਾਨੂੰ ਪੁਰਾਣ 'ਚੋਂ ਹੀ ਪੜ੍ਹਨ ਨੂੰ ਮਿਲਦਾ। ਔਰ ਜਿਸ ਤਰ੍ਹਾਂ ਉਹਨਾਂ ਨੇ ਪੇਸ਼ ਕਰਨਾ ਸੀ ਭਗਤ ਨੂੰ, ਉਹਨਾਂ ਨੇ ਇੰਨਾ ਆਪਣੇ ਅੰਦਰ ਆਪਣਾ ਭਲੇਥਣ ਲਾਇਆ ਕਿ ਤੁਹਾਨੂੰ ਲੱਗਦਾ ਵੀ ਪ੍ਰਹਲਾਦ ਤਾਂ ਪੁਰਾਣਾ ਵਾਲਾ, ਸਮਝੇ ਨਾ ਜੀ? ਉਹ ਮਿੱਥ ਬਣ ਗਈ। ਪ੍ਰਹਲਾਦ ਨੇ ਕੋਈ ਤਾਂ ਕਿਹਾ ਹੋਊ ਆਪਣੀ ਜ਼ਿੰਦਗੀ 'ਚ, ਧਰੂ ਨੇ ਕੋਈ ਤਾਂ ਗੱਲ ਕੀਤੀ ਹੋਊ ਆਪਣੀ ਜ਼ਿੰਦਗੀ 'ਚ, ਪਰ ਉਹਨਾਂ ਨੂੰ ਅਵਤਾਰ ਪੂਜਾ ਦਾ ਹਮੈਤੀ ਗੁਰੂ ਸਾਹਿਬ ਦੇ ਸਾਹਮਣੇ ਵੀ ਮਿੱਥ ਹਵਾਲੇ ਤੋਂ ਵੱਧ ਕੁਝ ਨਹੀਂ ਸੀ ਬਚਿਆ। ਉਹਨਾਂ ਨੇ ਉਸ ਹਵਾਲੇ ਨੂੰ ਵਰਤਿਆ ਪੋਜ਼ਿਟਿਵ ਵੇ ਦੇ ਵਿੱਚ। ਮੇਰਾ ਕਹਿਣ ਦਾ ਭਾਵ ਆ ਕਿ ਹੋਰ ਭਗਤ ਨਹੀਂ ਹੋਏ, ਪਰ ਨਾਂ ਵੀ ਗਵਾਚ ਗਏ, ਉਪਦੇਸ਼ ਵੀ ਗਵਾਚ ਗਏ, ਉਹਨਾਂ ਦਾ ਕਾਰਜ ਖੇਤਰ ਕੀ ਰਿਹਾ, ਉਹ ਸਾਰੀ ਜਾਣਕਾਰੀ ਜਿਹੜੀ ਸੀ ਉਹ ਮਨੁੱਖਤਾ ਦੀਆਂ ਨਜ਼ਰਾਂ ਤੋਂ ਓਹਲੇ ਰਹਿ। ਇਹਨਾਂ ਭਗਤਾਂ ਨੂੰ ਗੁਰੂ ਸਾਹਿਬ ਨੇ ਅਮਰ ਕਰ ਦਿੱਤਾ। ਇਹ ਨਿਸ਼ਾਨਦੇਹੀ ਕਰਿਓ। ਅੱਜ ਜਿਹੜਾ ਕਹਿੰਦਾ ਵੀ ਭਗਤ ਗੁਰੂ ਇਸ ਤਰ੍ਹਾਂ ਸਾਨੂੰ ਇਹ ਨਹੀਂ ਹੋਇਆ, ਸਿੱਖੀ ਨੇ ਭਗਤਾਂ ਨੂੰ ਆਹ ਨਹੀਂ ਦਿੱਤਾ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤਾ ਨਾ, ਦੁਨੀਆ ਦਾ ਕੋਈ ਮਰਦ ਨਹੀਂ ਸੀ ਦੇ ਸਕਦਾ। ਇੱਕ ਕਾਮਲ ਮਰਦ ਗੁਰੂ ਨਾਨਕ ਸਾਹਿਬ ਮਹਾਰਾਜ ਸਨ, ਜਿਨ੍ਹਾਂ ਨੇ ਭਗਤ ਸਾਹਿਬਾਨਾਂ ਦੀ ਹਯਾਤੀ, ਉਹਨਾਂ ਦਾ ਉਪਦੇਸ਼, ਉਹਨਾਂ ਦੀ ਸ਼ਖਸੀਅਤ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ। ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬਹਿ ਗਏ ਇਸ ਦੀ ਖਾਤਰ। ਸਿੱਖਾਂ ਤੋਂ ਬਿਨਾਂ ਮੈਨੂੰ ਸਿੱਖੀ ਇਤਿਹਾਸ, ਗੁਰੂ ਸਾਹਿਬਾਂ ਤੋਂ ਬਾਅਦ ਵੀ ਆਓ,
ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਜਦੋਂ ਲਖਪਤ ਖੂਹ 'ਚ ਸੁੱਟਦਾ ਸੀ, ਖਾਲਸੇ ਤੋਂ ਬਿਨਾਂ ਕੌਣ ਨਿਤਰਿਆ ਜਿਹੜਾ ਇਸ ਬਾਣੀ ਨੂੰ ਸੀਨੇ ਨਾਲ ਲਾ ਕੇ ਹਿਫਾਜ਼ਤ ਕਰਦਾ। ਬੜੇ ਪੰਥ ਸੀ, ਕਬੀਰ ਸਾਹਿਬ ਦੇ ਨਾਂ ਤੇ ਚੱਲਣ ਵਾਲਾ ਪੰਥ, ਨਾਮਦੇਵ ਸਾਹਿਬ ਦੇ, ਮੈਂ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ, ਪਰ ਖਾਲਸੇ ਨੇ ਜੱਦੋ-ਜਹਿਦ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸਰੂਪ, ਉਹਨਾਂ ਦੀ ਹਸਤੀ ਨੂੰ ਕਾਇਮ ਰੱਖਣ ਵਾਸਤੇ। ਇਹ ਕਿਸੇ ਨੇ ਕੀਤੀ, ਇਹ ਖਾਲਸੇ ਨੇ ਕੀਤੀ। ਸਾਨੂੰ ਇਹਨਾਂ ਚੀਜ਼ਾਂ ਤੇ ਮਾਣ ਹੋਣਾ ਚਾਹੀਦਾ। ਇਹ ਠੀਕ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਸਿਧਾਂਤ ਦੇ ਪੁਜਾਰੀ ਹਾਂ, ਗੁਰੂ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਦੇ ਫਾਲੋਅਰ ਹਾਂ, ਪਰ ਇੱਕ ਚੀਜ਼ ਨੋਟ ਕਰਿਓ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਵੱਲ ਪਰਤਦੇ ਹਾਂ ਨਾ ਵੀ, ਔਰ ਮੈਂ ਹੈਰਾਨ ਹੁੰਨਾ ਇਤਿਹਾਸ ਦਾ ਨੁਕਤਾ ਵੀ ਕਿਸੇ ਮੁਗਲ ਬਾਦਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸਿੱਧਾ ਹੱਥ ਨਹੀਂ ਸੀ ਪਾਇਆ, ਸਵਾਏ ਲਖਪਤ ਤੋਂ। ਸਵਾਏ ਲਖਪਤ ਤੋਂ। ਲਖਪਤ ਉਸ ਜਮਾਤ ਨੂੰ ਰਿਪਰੈਜ਼ੈਂਟ ਕਰਦਾ ਸੀ ਜਿਹੜੀ ਜਾਤ ਪਾਤ, ਜਿਹੜੀ ਜਾਣਦੀ ਸੀ ਅਸਲੀਅਤ ਵੀ ਇਹ ਗ੍ਰੰਥ ਜਿੰਨਾ ਚਿਰ ਇੱਥੇ ਰਹੇਗਾ ਸਿੱਖੀ ਰਹੇਗੀ। ਸਿੱਖੀ ਹੈ ਹੀ ਇਹ। ਮੁਗਲਾਂ ਨੇ ਕਿਉਂ ਨਾ ਹੱਥ ਪਾਇਆ? ਕਿਤੇ ਇਤਿਹਾਸ 'ਚ ਜ਼ਿਕਰ ਆਉਂਦਾ ਉਹਨਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਤੇ ਨਜ਼ਰਬੰਦ ਰੱਖਿਆ, ਉਹਨਾਂ ਨੇ ਬੀੜ ਜ਼ਬਤ ਕੀਤੀ ਹੋਵੇ? ਕਿਤੇ ਨਹੀਂ।